ਡਾਕਟਰ ਸਾਹਿਬ ਜਿਵੇਂ ਕਿ ਕੋਵਿਡ ਦੇ ਕੇਸਿਸ ਆ ਰਹੇ ਨੇ ਮੋਹਾਲੀ ਦੇ ਵਿੱਚ ਵੀ ਪਹਿਲਾ ਕੇਸ ਆ ਚੁੱਕਾ ਹੈ ਕਿ ਕਿਵੇਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਨੇ। ਹੁਣ ਦੁਬਾਰਾ ਮੁੜ ਆ ਗਿਆ ਹੈ ਲੇਕਿਨ ਇੰਨੀ ਘਬਰਾਉਣ ਵਾਲੀ ਗੱਲ ਨਹੀਂ ਹੈ ਫਿਲਹਾਲ ਤਾਂ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਇੱਥੇ ਫਿਲਹਾਲ ਟਰੈਵਲ ਹਿਸਟਰੀ ਕਿ ਮਰੀਜ਼ ਕਿਤੋਂ ਬਾਹਰੋਂ ਆਇਆ ਹੈ, ਟਰੈਵਲ ਕਰਕੇ ਆਇਆ ਹੈ, ਉਸ ਤੋਂ ਬਾਅਦ ਉਹਨੂੰ ਬੁਖਾਰ ਹੋਣਾ ਸ਼ੁਰੂ ਹੋਇਆ ਹੈ ਕਿ ਨਹੀਂ। ਲੋਕ ਕਿਹੋ ਜਿਹੇ ਸਿੰਪਟਮ ਆਪਣੀ ਬਾਡੀ 'ਚ ਦੇਖ ਕੇ ਤੇ ਟੈਸਟ ਜ਼ਰੂਰ ਕਰਵਾਉਣ ਆਉਣ। ਕੋਵਿਡ ਸਾਨੂੰ ਸਭ ਤੋਂ ਪਹਿਲਾਂ ਇਹ ਸਿਖਾ ਕੇ ਗਿਆ ਸੀ ਕਰਾਊਡਡ ਪਲੇਸਿਸ 'ਚ ਨਹੀਂ ਜਾਣਾ, ਹੈਂਡ ਹਾਈਜੀਨ, ਮਾਸਕ, ਸੋਸ਼ਲ ਡਿਸਟੈਂਸਿੰਗ। ਜਿੱਥੋਂ ਇਹ ਚੀਜ਼ਾਂ ਫੋਲੋ ਹੋਣੀਆਂ ਬੰਦ ਹੋ ਜਾਣਗੀਆਂ ਤਾਂ ਉਹ ਕੇਸਿਸ ਹੌਲੀ ਹੌਲੀ ਜਿਹੜੇ ਉਭਰਨੇ ਜਿਹੜੇ ਆ ਸ਼ੁਰੂ ਹੋ ਜਾਣਗੇ। ਤੁਹਾਡੇ ਕੋਲ ਕੁਝ ਇਦਾਂ ਦੇ ਮਰੀਜ਼ ਆ ਰਹੇ ਨੇ ਜਿਨ੍ਹਾਂ ਦੇ ਲਗਾਤਾਰ ਟੈਸਟ ਹੋ ਰਹੇ ਨੇ? ਵਨ ਐਮਰਜੈਂਸੀ ਸਾਡਾ ਜਿਹੜਾ ਰੈਪਿਡ ਐਂਟੀਜਨ ਟੈਸਟ ਹੈ ਉਹ ਵੀ ਕਿਟ ਸਾਡੇ ਕੋਲ ਹੈਗੀਆਂ। ਸਾਡੇ ਹਸਪੀਟਲ ਦੇ ਅੰਦਰ ਹੀ RT-PCR ਦੀ ਸੁਵਿਧਾ ਵੀ ਅਵੇਲੇਬਲ ਹੈਗੀ ਹੈ ਕੋਵਿਡ ਨੂੰ ਲੈ ਕੇ। ਐਂਡ ਸਾਡੀ ਡੇਲੀ ਰਿਪੋਰਟਸ ਜਿਹੜੀਆਂ ਆ ਰਹੀਆਂ ਹੈਗੀਆਂ, ਬਟ ਹਲੇ ਇੰਨੀ ਟੈਸਟਿੰਗ ਜਿਹੜੀ ਹੈ ਸ਼ੁਰੂਆਤ ਨਹੀਂ ਹੋਈ ਹੈ ਕਿਉਂਕਿ ਸਿੰਪਟਮਸ ਬਹੁਤ ਓਵਰਲੈਪ ਹੁੰਦੇ ਆ। ਆਪਾਂ ਪਿਨ ਪੁਆਇੰਟ ਨਹੀਂ ਕਰ ਸਕਦੇ ਅੰਟੇ ਅਨਲੈਸ ਕਿ ਮਰੀਜ਼ ਛੋਟਾ ਬੱਚਾ ਹੈ ਜਾਂ ਬਜ਼ੁਰਗ ਹੈ ਜਾਂ ਉਹਨਾਂ ਨੂੰ ਪਹਿਲਾਂ ਕੋਈ ਇਦਾਂ ਦੀ ਕੋਈ ਬਿਮਾਰੀ ਹੈ ਜਿਹਦੇ ਕਾਰਨ ਕਿ ਉਹਨੂੰ ਕੋਵਿਡ ਜਲਦੀ ਚਪੇਟ 'ਚ ਲੈ ਸਕਦਾ ਹੈ। ਕਿ ਜਿਹੜਾ ਕੇਸ ਆ ਜਿਹੜਾ ਮੋਹਾਲੀ ਵਿੱਚ ਆਇਆ ਵਾ ਇਹ ਕਿਸੇ ਸਤਸੰਗ ਤੋਂ ਆਏ ਸੀਗੇ ਜਿੱਥੇ ਓਬਵੀਅਸਲੀ ਬਹੁਤ ਸਾਰੀ ਗੈਦਰਿੰਗ ਸੀਗੀ ਤੇ ਉੱਥੇ ਬਹੁਤ ਲੋਕ ਮੇ ਬੀ ਅਫੈਕਟਡ ਹੋਏ ਹੋਣਗੇ ਤੇ ਕੀ ਸਿਵਲ ਹਸਪੀਟਲ ਇਹ ਚੀਜ਼ਾਂ ਲਈ ਤਿਆਰ ਹੈ ਹੁਣ? ਹਾਂਜੀ, ਸਿਵਲ ਹਸਪੀਟਲ ਸਾਡਾ ਬਿਲਕੁਲ ਇਸ ਚੀਜ਼ਾਂ ਲਈ ਤਿਆਰ ਹੈ। ਓਬਵੀਅਸਲੀ ਜਿੱਦਾਂ ਤੁਹਾਨੂੰ ਦੱਸਿਆ ਕਿ ਵੀ ਹੈਵ ਕਿਟਸ ਰਾਈਟ ਨਾਓ ਓਨਲੀ ਐਟ ਪ੍ਰੈਜ਼ੈਂਟ ਸਿਨੈਰੀਓ ਕਿ ਅੱਜ ਦੀ ਡੇਟ 'ਚ ਸਾਡੇ ਕੋਲ ਥਾਊਜ਼ੈਂਡਸ ਦੀ ਕਿਟਸ 'ਚ ਅਵੇਲੇਬਿਲਟੀ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਤੇ ਤੁਸੀਂ ਦੇਖ ਰਹੇ ਹੋ ਦ ਪੰਜਾਬੀ ਲਿੰਕ। ਜਿਵੇਂ ਕਿ ਕੋਵਿਡ ਦਾ ਖਤਰਾ ਦੁਬਾਰਾ ਤੋਂ ਮੰਡਰਾ ਰਿਹਾ ਤੇ ਅਸੀਂ ਵੀ ਡਾਕਟਰ ਸਾਹਿਬ ਕੋਲ ਉਸ ਬਾਰੇ ਗੱਲ ਕਰਨ ਆਏ ਹਾਂ ਤੇ ਡਾਕਟਰ ਰੀਤੂ ਸਾਡੇ ਨਾਲ ਨੇ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਡਾਕਟਰ ਸਾਹਿਬ ਜਿਵੇਂ ਕਿ ਕੋਵਿਡ ਦੇ ਕੇਸਿਸ ਆ ਰਹੇ ਨੇ ਮੋਹਾਲੀ ਦੇ ਵਿੱਚ ਵੀ ਪਹਿਲਾ ਕੇਸ ਆ ਚੁੱਕਾ ਹੈ ਕਿ ਕਿਵੇਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਨੇ? ਹਾਂਜੀ, ਦੇਖੋ ਕੋਵਿਡ ਤਾਂ ਹੁਣ ਦੁਬਾਰਾ ਮੁੜ ਆ ਗਿਆ ਹੈ ਲੇਕਿਨ ਇੰਨੀ ਘਬਰਾਉਣ ਵਾਲੀ ਗੱਲ ਨਹੀਂ ਹੈ ਫਿਲਹਾਲ ਤਾਂ। ਲੱਛਣ ਜਿਹੜੇ ਹੈਗੇ ਦੇਖੋ ਸਿੰਪਲ ਬੁਖਾਰ, ਖਾਂਸੀ, ਇਵਨ ਪੇਟ ਖਰਾਬ, ਦਸਤ ਲੱਗਣ ਤੇ ਵੀ ਮਰੀਜ਼ ਜਿਹੜੇ ਹੈ ਲੇਕਿਨ ਇਸ ਤੇ ਵੀ ਮਰੀਜ਼ ਨੂੰ ਕੋਵਿਡ ਦਾ ਬਾਅਦ ਚੋਂ ਪਤਾ ਲੱਗ ਸਕਦਾ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਇੱਥੇ ਫਿਲਹਾਲ ਟਰੈਵਲ ਹਿਸਟਰੀ ਕਿ ਮਰੀਜ਼ ਕਿਤੋਂ ਬਾਹਰੋਂ ਆਇਆ ਹੈ, ਟਰੈਵਲ ਕਰਕੇ ਆਇਆ ਹੈ, ਉਸ ਤੋਂ ਬਾਅਦ ਉਹਨੂੰ ਬੁਖਾਰ ਹੋਣਾ ਸ਼ੁਰੂ ਹੋਇਆ ਹੈ ਕਿ ਨਹੀਂ। ਕਿਉਂਕਿ ਦੇਖੋ ਹੋਰ ਵੀ ਜਿਹੜੇ ਪ੍ਰਚਲਿਤ ਬੁਖਾਰ ਹੈਗੇ ਨੇ ਸਾਡੇ ਇੱਥੇ ਜਿਵੇਂ ਡੇਂਗੀ ਹੋ ਗਿਆ ਜਾਂ ਮਲੇਰੀਆ ਹੋ ਗਿਆ, ਉਹਦੇ ਵੀ ਕੇਸਿਸ ਇਸ ਦੌਰਾਨ ਆ ਰਹੇ ਨੇ ਸਾਡੇ ਕੋਲ। ਤੇ ਇਸ ਲਈ ਉਹਨਾਂ ਦੋਨਾਂ ਚੀਜ਼ਾਂ ਨੂੰ ਫਰਕ ਕਰ ਪਾਉਣਾ ਥੋੜ੍ਹੇ ਲਈ ਮੁਸ਼ਕਿਲ ਹੋ ਜਾਂਦਾ। ਤਾਂ ਸਿੰਪਟਮਸ ਜਿਹੜੇ ਹੈ ਫਿਲਹਾਲ ਵੀ ਮਾਈਲਡ ਨੇ, ਜਿਵੇਂ ਕਿ ਬੁਖਾਰ, ਖਾਂਸੀ, ਈਵਨ ਨਜ਼ਲਾ, ਜ਼ੁਕਾਮ ਤੇ ਦਸਤ ਵਗੈਰਾ। ਔਰ ਮੇਨ ਨਾਲ ਜ਼ਰੂਰੀ ਹੈਗਾ ਕਿ ਜਿਹੜੇ ਐਲਡਰਲੀ ਨੇ ਜਾਂ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ 'ਚ ਸਿੰਪਟਮ ਜਿਹੜੇ ਆ ਜ਼ਿਆਦਾ ਜਿਹੜੇ ਵੱਧ ਕੇ ਵੀ ਆ ਰਹੇ ਨੇ। ਤੇ ਡਾਕਟਰ ਜਿਵੇਂ ਨਾ ਹੁਣ ਮੌਸਮ ਵੀ ਥੋੜਾ ਕਦੀ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ, ਕਦੀ ਮੀਂਹ ਪੈ ਜਾਂਦਾ ਤਾਂ ਉੱਦਾਂ ਵੀ ਮੌਸਮ ਚੇਂਜ ਹੋ ਰਿਹਾ ਤੇ ਹਰ ਇੱਕ ਨੂੰ ਕੋਲਡ ਕਫ ਉੱਦਾਂ ਚੱਲ ਰਿਹਾ। ਕੀ ਇਹਦੇ ਵਿੱਚ ਡਰਨ ਵਾਲੀ ਗੱਲ ਹੈ ਜਾਂ ਨੋਰਮਲੀ ਜਦੋਂ ਆਪਾਂ ਨੂੰ ਪਹਿਲਾਂ ਵੀ ਕੋਵਿਡ ਹੋਇਆ ਸੀ ਤਾਂ ਐਵੇਂ ਹੀ ਲੱਗਦਾ ਸੀ ਕਿ ਇਹ ਨੋਰਮਲ ਖਾਂਸੀ ਆ, ਨੋਰਮਲ ਹੈ, ਪਰ ਜਦੋਂ ਆਪਾਂ ਚੈੱਕ ਕਰਵਾਉਂਦੇ ਸੀ ਤਾਂ ਕੋਵਿਡ ਨਿਕਲਦਾ ਸੀ। ਤੇ ਹੁਣ ਇੱਦਾਂ ਦਾ ਕੁਝ ਹੈ ਕਿ ਜਿਹਨੂੰ ਜ਼ਿਆਦਾ ਲੰਬੇ ਟਾਈਮ ਤੋਂ ਇਹ ਪ੍ਰੋਬਲਮਸ ਹੈ ਉਹ ਚੈੱਕ ਕਰਵਾਉਣ? ਦੇਖੋ ਮੈਮ, ਇੱਦਾਂ ਹੈ ਕਿ ਜਿਹੜਾ ਨਜ਼ਲਾ, ਜ਼ੁਕਾਮ ਜਾਂ ਮੌਸਮ ਬਦਲਤੇ ਬੁਖਾਰ ਹੋਣਾ, ਠੀਕ ਹੈ, ਇਹ ਪਹਿਲਾਂ ਵੀ ਹੁੰਦੇ ਸੀਗੇ, ਹੁਣ ਵੀ ਹੁੰਦੇ ਨੇ। ਲੇਕਿਨ ਕੋਵਿਡ ਕਾਰਨ ਸਾਨੂੰ ਜੋ ਅਵੇਅਰਨੈਸ ਮਿਲੀ ਹੈ ਸਾਰੀ ਪਾਪੂਲੇਸ਼ਨ ਨੂੰ, ਈਵਨ ਡਾਕਟਰਸ ਨੂੰ, ਹਸਪੀਟਲਸ ਨੂੰ, ਐਵਰੀਵੇਅਰ ਹਰ ਕੋਈ ਬਹੁਤ ਜ਼ਿਆਦਾ ਅਵੇਅਰ ਹੋ ਗਿਆ ਹੈ। ਤਾਂ ਜੋ ਉਹ ਚੀਜ਼ਾਂ ਸਾਨੂੰ ਸਿਖਾ ਕੇ ਗਿਆ ਸਾਨੂੰ ਉਹ ਭੁੱਲਣੀਆਂ ਨਹੀਂ ਚਾਹੀਦੀਆਂ। ਸੋਸ਼ਲ ਡਿਸਟੈਂਸਿੰਗ, ਮਾਸਕ ਪਾ ਕੇ ਬਹਿਣਾ, ਹੈਂਡ ਹਾਈਜੀਨ, ਇਹ ਚੀਜ਼ਾਂ ਜਿਹੜੀਆਂ ਸਾਨੂੰ ਆਪਣੇ ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਇਨਵੋਲਵ ਕਰਨੀਆਂ ਪੈਣਗੀਆਂ। ਔਰ ਉਹਦੇ ਨਾਲ ਹੀ ਇਹ ਸਾਰੀ ਚੀਜ਼ਾਂ ਨਾਲ, ਈਵਨ ਕਾਮਨ ਕੋਲਡ ਦੇ ਨਾਲ ਵੀ, ਔਰ ਇਹ ਮੌਸਮ ਬਦਲਣ ਦੇ ਜਿਹੜਾ ਹੁੰਦਾ ਹੈ ਨਾਰਮਲ ਕੋਲਡ ਆ ਰਿਹਾ ਹੈਗਾ, ਔਰ ਕੋਵਿਡ ਤੋਂ ਵੀ ਇਹੀ ਚੀਜ਼ਾਂ ਜਿਹੜੀਆਂ ਸਾਨੂੰ ਬਚਾ ਸਕਦੀਆਂ ਹਨ ਔਰ ਇਹੀ ਬਚਾਅ ਦਾ ਸਾਧਨ ਹੈ। ਤਾਂ ਇਹਨਾਂ ਸਭ ਚੀਜ਼ਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ। ਬਟ ਜਿੱਦਾਂ ਪਹਿਲਾਂ ਕਿਹਾ ਕਿ ਇਸ ਨਾਰਮਲ ਜ਼ੁਕਾਮ ਜਾਂ ਨਾਰਮਲ ਬੁਖਾਰ ਜਾਂ ਡੇਂਗੀ ਬੁਖਾਰ ਈਵਨ ਉਹਦੇ ਤੋਂ ਵੀ ਕੋਵਿਡ ਨੂੰ ਡਿਫਰੈਂਸ਼ੀਏਟ ਕਰ ਪਾਉਣਾ ਵਿਦਾਊਟ ਟੈਸਟਿੰਗ ਇਸ ਵੇਲੇ ਸਾਡੇ ਲਈ ਵੀ ਪੋਸੀਬਲ ਨਹੀਂ ਹੈ ਕਿਉਂਕਿ ਸਿੰਪਟਮਸ ਬਹੁਤ ਓਵਰਲੈਪ ਹੁੰਦੇ ਆ। ਆਪਾਂ ਪਿਨ ਪੁਆਇੰਟ ਨਹੀਂ ਕਰ ਸਕਦੇ ਅੰਟੇ ਅਨਲੈਸ ਕਿ ਮਰੀਜ਼ ਛੋਟਾ ਬੱਚਾ ਹੈ ਜਾਂ ਬਜ਼ੁਰਗ ਹੈ ਜਾਂ ਉਹਨਾਂ ਨੂੰ ਪਹਿਲਾਂ ਕੋਈ ਇੱਦਾਂ ਦੀ ਕੋਈ ਬਿਮਾਰੀ ਹੈ ਜਿਹਦੇ ਕਾਰਨ ਕਿ ਉਹਨੂੰ ਕੋਵਿਡ ਜਲਦੀ ਚਪੇਟ 'ਚ ਲੈ ਸਕਦਾ ਹੈ ਅਤੇ ਉਹ ਜਿਹੜੀ ਚੀਜ਼ ਹੈ ਵਰਸਨ ਹੋ ਜਾਂਦੀ ਹੈ, ਉਹਨਾਂ ਨੂੰ ਸਾਹ ਦੀ ਦਿੱਕਤ ਵੱਧ ਜਾਂਦੀ ਹੈ, ਐਡਮਿਸ਼ਨ ਦੀ ਲੋੜ ਪੈਂਦੀ ਹੈ। ਨੈਚੁਰਲੀ ਉਹ ਇੱਕ ਅਲੱਗ ਸਿਨੈਰੀਓ ਹੈ, ਠੀਕ ਹੈ। ਉਹਦੇ 'ਚ ਤਾਂ ਆਪਾਂ ਕੋਵਿਡ ਟੈਸਟਿੰਗ ਕਰਾਵਾਂਗੇ ਹੀ ਕਰਾਵਾਂਗੇ, ਉਹ ਤਾਂ ਮੈਂਡੇਟਰੀ ਹੈ, ਠੀਕ ਹੈ। ਲੇਕਿਨ ਇਸ ਫਿਲਹਾਲ ਤਾਂ ਜਿਹੜੀ ਸਾਨੂੰ ਜੋ ਸਿਖਾ ਕੇ ਗਿਆ ਹੈਗਾ ਉਹ ਚੀਜ਼ਾਂ ਆਪਣੇ ਕੋਲ ਰੱਖਣਾ ਚਾਹੀਦੀਆਂ, ਨਹੀਂ ਤਾਂ ਉਹਦੇ ਤੋਂ ਸਭ ਚੀਜ਼ਾਂ ਨਾਲ ਬਚਿਆ ਜਾ ਸਕਦਾ ਹੈ। ਬਚਾਵ 'ਚ ਹੀ ਬਿਹਤਰ ਹੈ। ਤੇ ਹੁਣ ਤੁਹਾਡੇ ਕੋਲ ਕੁਝ ਇੱਦਾਂ ਦੇ ਮਰੀਜ਼ ਆ ਰਹੇ ਜਿਨ੍ਹਾਂ ਦੇ ਲਗਾਤਾਰ ਟੈਸਟ ਹੋ ਰਹੇ ਨੇ?
ਦੇਖੋ ਮੈਮ ਟੈਸਟਿੰਗ ਸਾਡੇ ਕੋਲ ਜ਼ਰੂਰ ਅਵੇਲੇਬਲ ਹੈਗੀ ਹੈ। ਈਵਨ ਐਮਰਜੈਂਸੀ ਸਾਡਾ ਜਿਹੜਾ ਰੈਪਿਡ ਐਂਟੀਜਨ ਟੈਸਟ ਹੈ ਉਹ ਵੀ ਕਿਟ ਸਾਡੇ ਕੋਲ ਹੈਗੀਆਂ। ਸਾਡੇ ਹਸਪੀਟਲ ਦੇ ਅੰਦਰ ਹੀ RT-PCR ਦੀ ਸੁਵਿਧਾ ਵੀ ਅਵੇਲੇਬਲ ਹੈਗੀ ਹੈ ਕੋਵਿਡ ਨੂੰ ਲੈ ਕੇ। ਐਂਡ ਸਾਡੀ ਡੇਲੀ ਦੀ ਡੇਲੀ ਰਿਪੋਰਟਸ ਜਿਹੜੀਆਂ ਆ ਰਹੀਆਂ ਹੈਗੀਆਂ, ਬਟ ਹਲੇ ਇੰਨੀ ਟੈਸਟਿੰਗ ਜਿਹੜੀ ਹੈ ਸ਼ੁਰੂਆਤ ਨਹੀਂ ਹੋਈ ਹੈ। ਠੀਕ ਹੈ, ਮੇ ਬੀ ਕੁਛ ਪਿਛਲੇ ਦੌਰਾਨ ਕੁਛ ਹਾਲਾਤ ਇੱਦਾਂ ਦੇ ਸੀਗੇ ਕਿ ਕੋਈ ਇੰਨਾ ਟਰੈਵਲ ਨਹੀਂ ਸੀਗਾ ਸਾਡੇ ਕੋਲ, ਲੇਕਿਨ ਫਿਲਹਾਲ ਜਿਹੜੀ ਹੈ ਟੈਸਟਿੰਗ ਸਾਡੇ ਕੋਲ ਅਵੇਲੇਬਲ ਹੈ। ਬਟ ਟੈਸਟਿੰਗ ਜਿਹੜੀ ਹੈ ਸਿੰਪਟਮਸ ਦੇ ਹਿਸਾਬ ਨਾਲ ਜਾਂ ਜਿੱਦਾਂ ਦੇਸ਼ ਭਰ 'ਚ ਕੇਸਿਸ ਆਉਣੇ ਸ਼ੁਰੂ ਹੋਏ ਹੈ, ਸਾਡੇ ਲੈਬ 'ਚ ਟੈਸਟਿੰਗ ਹਲੇ ਉਨੀ ਇਨਕਰੀਜ਼ ਨਹੀਂ ਹੋਈ ਹੈ। ਬਟ ਵੀ ਹੈਵ ਸਫੀਸ਼ੀਐਂਟ ਕਿਟਸ ਇਨ ਥਾਊਜ਼ੈਂਡਸ ਇਫ ਦ ਸਿੰਪਟਮਸ ਆਰ ਦੇਅਰ, ਔਰ ਆਪਾਂ ਇਵੈਲੂਏਟ ਆਰਾਮ ਨਾਲ ਕਰ ਸਕਦੇ ਹਾਂ। ਸਾਡੇ ਕੋਲ ਟੈਸਟਿੰਗ ਅਵੇਲੇਬਲ ਹੈ, ਪੂਰੀ ਫੈਸਿਲਿਟੀ ਇਨ ਸਫੀਸ਼ੀਐਂਟ ਨੰਬਰ, ਐਡੁਕੇਟ ਨੰਬਰ। ਜਿਵੇਂ ਕਿ ਲਾਸਟ ਟਾਈਮ ਵੀ ਪੈਂਡਮਿਕ ਟਾਈਮ ਉਦੋਂ ਕਈ ਚੀਜ਼ਾਂ ਹੋਈ, ਗੱਲ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹ ਸਿਖਾ ਕੇ ਗਿਆ ਹੈ ਨਾ, ਅਤੇ ਹੁਣ ਪ੍ਰੀ ਪ੍ਰੈਪਰੇਸ਼ਨ ਤੁਹਾਡੇ ਵੱਲੋਂ ਵੀ ਚੱਲ ਰਹੀ ਆ? ਕਿਉਂਕਿ ਪਹਿਲਾ ਕੇਸ ਆਉਣ ਦੇ ਦੂਸਰੀ ਗੱਲ ਇਹ ਕਿ ਜਿਵੇਂ ਕਿਹਾ ਜਾਂਦਾ ਕਿ ਜਿਹੜਾ ਆਹ ਕੇਸ ਆ ਜਿਹੜਾ ਮੋਹਾਲੀ ਵਿੱਚ ਆਇਆ ਵਾ, ਇਹ ਕਿਸੇ ਸਤਸੰਗ ਤੋਂ ਆਏ ਸੀਗੇ ਜਿੱਥੇ ਓਬਵੀਅਸਲੀ ਬਹੁਤ ਸਾਰੀ ਗੈਦਰਿੰਗ ਸੀਗੀ, ਅਤੇ ਉੱਥੇ ਬਹੁਤ ਲੋਕ ਮੇ ਬੀ ਅਫੈਕਟਡ ਹੋਏ ਹੋਣਗੇ। ਅਤੇ ਕੀ ਸਿਵਲ ਹਸਪੀਟਲ ਇਹ ਚੀਜ਼ਾਂ ਲਈ ਤਿਆਰ ਹੈ ਹੁਣ? ਹਾਂਜੀ, ਸਿਵਲ ਹਸਪੀਟਲ ਸਾਡਾ ਬਿਲਕੁਲ ਇਸ ਚੀਜ਼ਾਂ ਲਈ ਤਿਆਰ ਹੈ। ਓਬਵੀਅਸਲੀ ਜਿੱਦਾਂ ਤੁਹਾਨੂੰ ਦੱਸਿਆ ਕਿ ਵੀ ਹੈਵ ਕਿਟਸ ਰਾਈਟ ਨਾਓ ਓਨਲੀ ਐਟ ਪ੍ਰੈਜ਼ੈਂਟ ਸਿਨੈਰੀਓ, ਕਿ ਅੱਜ ਦੀ ਡੇਟ 'ਚ ਸਾਡੇ ਕੋਲ ਥਾਊਜ਼ੈਂਡਸ ਦੀ ਕਿਟਸ 'ਚ ਅਵੇਲੇਬਿਲਿਟੀ ਹੈਗੀ ਹੈ। ਟ੍ਰੀਟਮੈਂਟ ਵਾਈਜ਼ ਦੇਖਿਆ ਜਾਏ ਤਾਂ ਹੋ ਸਕਦਾ ਹੈ ਮੋਸਟ ਜਿੱਦਾਂ ਪਹਿਲੀ ਵਾਲੀ ਵੇਵ 'ਚ ਵੀ ਆਇਆ ਸੀਗਾ, ਪੇਸ਼ੈਂਟਸ ਨੂੰ ਹੋਮ ਕੁਆਰੰਟਾਈਨ ਦੀ ਲੋੜ ਹੀ ਪਈ ਸੀਗੀ। ਤਾਂ ਵੀ ਹੋਪ ਸੋ ਕਿ ਇਸ ਵਾਰੀ ਵੀ ਮਾਈਲਡ ਡਿਜ਼ੀਜ਼ ਹੀ ਹੋ। ਐਂਡ ਪਰ ਜੇ ਐਡਮਿਸ਼ਨ ਦੀ ਵੀ ਲੋੜ ਹੁੰਦੀ ਹੈ ਤਾਂ ਵੀ ਆਰ ਰੈਡੀ, ਵੀ ਆਰ ਪ੍ਰੀਪੇਅਰਡ ਫॉर दैट ਆਲਸੋ। ਯਾ ਅਤੇ ਗਵਰਨਮੈਂਟ ਵੱਲੋਂ ਕੋਈ ਗਾਈਡਲਾਈਨਸ ਵਗੈਰਾ ਦਿੱਤੀਆਂ ਗਈਆਂ? ਜਾਂ ਗਵਰਨਮੈਂਟ ਇਜ਼ ਆਲਸੋ ਐਕਟਿਵਲੀ ਇਨਵੋਲਵਡ ਹੈ ਅਤੇ ਵਰਕਿੰਗ ਹੈ। ਵੀ ਆਰ ਕੰਟੀਨਿਊਸਲੀ ਆਪਣੀ ਸਾਡੀਆਂ ਮੀਟਿੰਗਸ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੈ ਰਿਗਾਰਡਿੰਗ ਪ੍ਰੀਪੇਅਰਡਨੈਸ। ਹਾਲੇ ਵੀ ਦੇਖੋ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਾਡੀ ਰਿਵਿਊ ਮੀਟਿੰਗ ਹੀ ਚੱਲ ਰਹੀ ਸੀਗੀ ਰੂਮ 'ਚ। ਐਂਡ ਆਪਾਂ ਹਰ ਆਪਣੇ ਜਿਹੜਾ ਐਕਟੀਵੇਟ ਨਰਸਿੰਗ ਸਟਾਫ ਨੂੰ ਲੈ ਕੇ, ਆਈਸੋਲੇਸ਼ਨ ਸੈੱਲ ਨੂੰ ਲੈ ਕੇ, ਆਈਸੋਲੇਸ਼ਨ ਵਾਰਡ ਸਭ ਨੂੰ ਐਕਟੀਵੇਟ ਕਰ ਰਹੇ ਹਾਂ, ਔਰ ਜੋ ਆਪਣੀ ਪ੍ਰੀਪਰੇਸ਼ਨਸ ਆ ਸਾਰੀ ਰਿਵਿਊ ਕਰ ਰਹੇ ਹਾਂ। ਲੇਕਿਨ ਫਸਟ ਜਿਹੜੀ ਚੀਜ਼ ਹੁੰਦੀ ਹੈ ਇੱਥੋਂ ਸ਼ੁਰੂ ਹੁੰਦੀ ਹੈ ਟੈਸਟਿੰਗ ਤੋਂ, ਰਾਈਟ, ਕਿਉਂਕਿ ਸਿੰਪਟਮਸ ਬੜੇ ਓਵਰਲੈਪਿੰਗ ਹੈ। ਤਾਂ ਸਾਡਾ ਫਸਟ ਚੀਜ਼ ਜਿਹੜਾ ਸਭ ਤੋਂ ਪਹਿਲਾਂ ਹੈਗਾ ਕਿ ਆਪਾਂ ਸਿੰਪਟਮਸ ਜਿਹੜੇ ਹੈ ਉਹਨਾਂ ਨੂੰ ਦੇਖ ਕੇ ਟੈਸਟ ਕਰ ਪਾਈਏ ਮਰੀਜ਼ ਦਾ। ਐਂਡ ਉਹ ਸਾਡਾ ਇਨ ਸਟਾਕ ਹੈ, ਔਰ ਬਾਕੀ ਚੀਜ਼ਾਂ ਵੀ ਰਿਵਿਊ ਕਰਕੇ ਵੀ ਆਰ, ਐਂਡ ਅਦਰਵਾਈਜ਼ ਆਲਸੋ ਵੀ ਆਰ ਪ੍ਰੀਪੇਅਰਡ। ਅਤੇ ਕੀ ਕਹਿਣਾ ਚਾਹੋਗੇ, ਕਿਹੜੇ ਲੋਕ ਕਿਹੋ ਜਿਹੇ ਸਿੰਪਟਮ ਆਪਣੀ ਬਾਡੀ 'ਚ ਦੇਖ ਕੇ ਅਤੇ ਟੈਸਟ ਜ਼ਰੂਰ ਕਰਵਾਉਣ ਆਉਣ? ਦੇਖੋ, ਜਿਹੜਾ ਲੋਕ ਭੀੜ ਭੜੱਕੇ ਵਾਲੇ ਇਲਾਕੇ 'ਚ ਜਾਂ ਫਿਰ ਹੁਣੇ ਕਿਸੇ ਗੈਦਰਿੰਗ ਤੋਂ ਆਏ ਆ, ਜਿਵੇਂ ਤੁਸੀਂ ਕਿਹਾ ਕਿ ਫਸਟ ਕੇਸ ਜਿਹੜਾ ਇੱਥੇ ਹੁਣ ਲੋਕਲ ਸਾਡੇ ਕੋਲ ਆਇਆ ਹੈ, ਠੀਕ ਹੈ, ਇਨ ਦ ਮੋਹਾਲੀ ਇਟਸੈਲਫ। ਤਾਂ ਜਿਹੜੇ ਗੈਦਰਿੰਗ 'ਚ ਤਾਂ ਵਹੀ ਬਾਤ ਆਤੀ ਨੇ, ਕੋਵਿਡ ਸਾਨੂੰ ਸਭ ਤੋਂ ਪਹਿਲਾਂ ਹੀ ਸਿਖਾ ਕੇ ਗਿਆ ਸੀ ਕਰਾਊਡਡ ਪਲੇਸਿਸ 'ਚ ਨਹੀਂ ਜਾਣਾ, ਹੈਂਡ ਹਾਈਜੀਨ, ਮਾਸਕ, ਸੋਸ਼ਲ ਡਿਸਟੈਂਸਿੰਗ। ਜਿੱਥੋਂ ਇਹ ਚੀਜ਼ਾਂ ਫੋਲੋ ਹੋਣੀਆਂ ਬੰਦ ਹੋ ਜਾਣਗੀਆਂ ਤਾਂ ਉਹ ਕੇਸਿਸ ਹੌਲੀ ਹੌਲੀ ਜਿਹੜੇ ਉਭਰਨੇ ਜਿਹੜੇ ਆ ਸ਼ੁਰੂ ਹੋ ਜਾਣਗੇ। ਸੋ ਸਭ ਤੋਂ ਪਹਿਲਾਂ ਤਾਂ ਉਹੀ ਹੈ, ਜਿਹੜੇ ਇੱਦਾਂ ਦਾ ਹਾਈ ਰਿਸਕ ਤੁਸੀਂ ਇਨਵਾਇਰਮੈਂਟ 'ਚ ਗਏ ਹੋ, ਠੀਕ ਹੈ, ਈਵਨ ਹਸਪੀਟਲ 'ਚ ਆਏ ਹੋ ਤੁਸੀਂ, ਪੇਸ਼ੈਂਟ ਕੋਈ ਖੰਘ ਦਾ ਮਰੀਜ਼ ਸੀਗਾ, ਤੇਜ਼ ਬੁਖਾਰ ਦਾ ਸੀਗਾ, ਠੀਕ ਹੈ, ਉਹਨੇ ਪੂਰੀ ਫੈਮਿਲੀ 'ਚ ਆਸੇ ਪਾਸੇ ਇੱਦਾਂ ਸੀਗਾ, ਅਤੇ ਉਸ ਤੋਂ ਬਾਅਦ ਤੁਹਾਨੂੰ ਵੀ 2-3 ਦਿਨ ਬਾਅਦ ਉਹ ਸਿੰਪਟਮ ਆਉਣੇ ਸ਼ੁਰੂ ਹੋ ਗਏ, ਠੀਕ ਹੈ, ਔਰ ਉਹ ਵੱਧ ਰਹੇ ਹੈ, ਸਾਹ ਦੀ ਦਿੱਕਤ ਆ ਰਹੀ ਹੈ, ਦੈਨ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਆਪਣਾ ਹਸਪੀਟਲ ਆ ਕੇ ਛੇਤੀ ਤੋਂ ਛੇਤੀ। ਯਾ ਅਤੇ ਮੈਮ ਇੱਕ ਕਿਹੜੇ ਪੇਸ਼ੈਂਟਸ ਜ਼ਿਆਦਾ ਇਹ ਚੀਜ਼ਾਂ ਫੜਦੇ ਨੇ, ਜਿਵੇਂ ਨਾ ਕਹਿ ਦਿੰਦੇ ਆਪਾਂ ਇਮਿਊਨਿਟੀ ਘੱਟ ਆ, ਅਤੇ ਉਹ ਕਿਹੋ ਜਿਹੇ ਲੋਕ ਜਿਹੜੇ ਜ਼ਿਆਦਾ ਸੰਭਲ ਕੇ ਰਹਿਣ? ਛੋਟੇ ਬੱਚੇ, ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਇੱਕ ਬਜ਼ੁਰਗ ਲੋਕ, ਉਹਨਾਂ ਦੀ ਇਮਿਊਨਿਟੀ ਵੀ ਬਹੁਤ ਘੱਟ ਹੁੰਦੀ ਹੈ, ਔਰ ਜਿਹੜੇ ਉਹਨਾਂ ਨੂੰ ਮੋਸਟਲੀ ਮੈਡੀਸਿਨਸ ਵੀ ਕਾਫੀ ਚੱਲ ਰਹੀਆਂ ਹੁੰਦੀਆਂ, ਵੈਸੇ ਵੀ ਫਰੇਲ ਹੁੰਦੇ ਆ। ਬਾਕੀ ਜਿਵੇਂ ਸ਼ੂਗਰ ਦੇ ਮਰੀਜ਼ ਨੇ, ਠੀਕ ਹੈ, ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੈ ਜਿਨ੍ਹਾਂ ਕਾਰਨ ਉਹਨਾਂ ਦੀ ਇਮਿਊਨਿਟੀ ਘਟਾਉਣ ਵਾਸਤੇ, ਜਿਵੇਂ ਕੈਂਸਰ ਦੇ ਮਰੀਜ਼ ਹੋ ਗਏ, ਲਕੀਮੀਆ ਹੋ ਗਿਆ, ਬਾਰ-ਬਾਰ ਹਸਪੀਟਲ ਆਉਣਾ ਪੈ ਰਿਹਾ, ਬਲੱਡ ਟ੍ਰਾਂਸਫਿਊਜ਼ਨ ਜਿਵੇਂ ਥੈਲੇਸੀਮੀਆ ਦੇ ਪੇਸ਼ੈਂਟਸ ਹੋ ਗਏ, ਇਹਨਾਂ ਸਭ ਨੂੰ ਜਿਹੜਾ ਬਹੁਤ ਜ਼ਿਆਦਾ ਇਹਤਿਆਤ ਵਰਤਣੀ ਚਾਹੀਦੀ ਹੈ, ਔਰ ਜਿਹੜੀਆਂ ਪ੍ਰੀਕਾਸ਼ਨਸ ਹੈਗੀਆਂ ਸ਼ੁਰੂ ਤੋਂ ਉਹਨਾਂ ਨੂੰ ਨਿਯਮਿਤ ਰੂਪ ਨਾਲ ਫੋਲੋ ਕਰਨਾ ਚਾਹੀਦਾ। ਸਭ ਨੂੰ ਕਰਨਾ ਚਾਹੀਦਾ, ਬਟ ਇਹਨਾਂ ਨੂੰ ਤਾਂ ਕਿਸੇ ਵੀ ਹਾਲਤ 'ਚ ਛੱਡਣਾ ਨਹੀਂ ਚਾਹੀਦਾ, ਕਿਉਂਕਿ ਇਹ ਹਾਈ ਰਿਸਕ 'ਤੇ ਹੈ, ਉਹਨਾਂ ਨੂੰ ਸਿੰਪਟਮਸ ਹੋਣਗੇ, ਔਰ ਮੋਸਟ ਲਾਈਕਲੀ ਮਾਈਲਡ ਤੋਂ ਵੀ ਇਹਨਾਂ ਨੂੰ ਜ਼ਿਆਦਾ ਰਿਸਕ ਹੈ ਕਿ ਸਿੰਪਟਮਸ ਜਿਹੜੇ ਵਧਣ ਕੇ ਅਤੇ ਸਾਹ ਦੀ ਦਿੱਕਤ ਹੋਣ ਦੇ ਚਾਂਸ ਜ਼ਿਆਦਾ ਇਹਨਾਂ ਨੂੰ। ਜਿਵੇਂ ਕਿ ਮੈਮ ਆਪਾਂ ਨੂੰ ਬੁਖਾਰ ਹੁੰਦਾ ਆ ਹੈ ਨਾ, 2-4 ਦਿਨ ਜਾਂ ਕਿੰਨੇ ਦਿਨ ਬੁਖਾਰ 'ਤੇ ਆਪਾਂ ਕੋਈ ਨਾ ਕੋਈ ਪੈਰਾਸੀਟਾਮੋਲ ਜਾਂ ਹੈ ਨਾ ਇੱਦਾਂ ਦੀਆਂ ਦਵਾਈਆਂ ਲੈਂਦੇ ਰਹਿੰਦੇ ਹਾਂ, ਬਟ ਕਿੰਨੇ ਦਿਨ ਹਾਈ ਰਿਸਕ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਕਿ ਆਪਾਂ ਨੂੰ 2 ਦਿਨ 3 ਦਿਨ ਦੇਖਣਾ ਚਾਹੀਦਾ ਬਸ ਬੁਖਾਰ, ਜਾਂ ਕਿੰਨੇ ਦਿਨ ਤੁਸੀਂ ਸੁਜੈਸਟ ਕਰਦੇ ਹੋ? ਦੇਖੋ, ਜੇ ਤੁਹਾਨੂੰ ਬੁਖਾਰ ਹੋਇਆ ਹੈਗਾ, ਠੀਕ ਹੈ ਨਾ, ਜਿੰਨਾ ਵੀ ਤੁਸੀਂ ਆਓਗੇ ਹਸਪੀਟਲ ਦਵਾਈ ਲੈ ਕੇ ਚਲੇ ਜਾਂਦੇ ਹੋ, ਜਾਂ ਲੋਕ ਕੀ ਕਰਦੇ ਆ ਬਾਹਰ ਜਾ ਕੇ ਫਾਰਮਾਸਿਸਟ ਤੋਂ ਜਾ ਕੇ ਪੈਰਾਸੀਟਾਮੋਲ ਲੈ ਕੇ ਖਾ ਲਈ। ਪੈਰਾਸੀਟਾਮੋਲ ਇਜ਼ ਅ ਸੇਫ ਡਰਗ, ਠੀਕ ਹੈ ਨਾ। ਇਸ ਵੇਲੇ ਤਾਂ ਮੈਂ ਕਹਿ ਸਕਦੀ ਕਿ ਡੇਂਗੀ ਬੁਖਾਰ ਹੈ, ਮਲੇਰੀਆ ਬੁਖਾਰ ਹੈ, ਕੁਛ ਵੀ ਹੈ, ਪੈਰਾਸੀਟਾਮੋਲ ਸੇਫ ਹੈਗਾ। ਪਰ ਜਦੋਂ ਤੁਹਾਨੂੰ ਨਜ਼ਲਾ, ਜ਼ੁਕਾਮ, ਸਾਹ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਏ,
ਠੀਕ ਹੈ, ਤੁਹਾਨੂੰ ਇਮੀਡੀਏਟਲੀ ਆ ਕੇ ਰਿਪੋਰਟ ਕਰਨਾ ਚਾਹੀਦਾ ਹੈ। ਵੀ ਕਈ ਵਾਰ ਜਿਹੜੇ ਐਲਡਰਲੀ ਪੇਸ਼ੈਂਟ ਬਜ਼ੁਰਗ ਹੈਗੇ ਉਹਨਾਂ ਨੂੰ ਇਦਾਂ ਦੀ ਦਵਾਈਆਂ ਚੱਲ ਰਹੀਆਂ ਹੁੰਦੀਆਂ ਕਿ ਉਹਨਾਂ ਨੂੰ ਬੁਖਾਰ ਦੀ ਦਿੱਕਤ ਨਹੀਂ ਵੀ ਹੁੰਦੀ ਹੈ, ਸਿਰਫ ਪੇਟ ਖਰਾਬ ਹੁੰਦਾ ਹੈ, ਗਲਾ ਖਰਾਬ ਹੁੰਦਾ ਹੈ, ਤਾਂ ਇਮੀਡੀਏਟਲੀ ਉਹਨਾਂ ਨੂੰ ਸਾਹ ਦੀ ਚਪੇਟ ਜਿਹੜੀ ਹੈ, ਸਾਹ ਲੈਣਾ ਔਖਾ ਹੋ ਜਾਂਦਾ ਹੈ। ਉਹਨਾਂ ਨੂੰ ਜਿਵੇਂ ਜਦੋਂ ਇੱਥੇ ਆਉਣਗੇ ਆਪਾਂ ਚੈੱਕ ਕਰਨਗੇ ਤਾਂ ਆਕਸੀਜਨ ਸੈਚੂਰੇਸ਼ਨ ਜਿਹੜੀ ਹੈ ਘਟੀ ਹੁੰਦੀ ਹੈ। ਤਾਂ ਜ਼ਰੂਰੀ ਨਹੀਂ ਹੈ ਕਿ ਬੁਖਾਰ ਵੀ ਫਸਟ ਸਿੰਪਟਮ ਹੋਵੇ, ਰਾਈਟ। ਸਿੱਧੇ ਹੀ ਜੋ ਓਬਵੀਅਸਲੀ ਜਦੋਂ ਪੇਸ਼ੈਂਟ ਕੈਟੇਗਰੀ 'ਤੇ ਡਿਪੈਂਡ ਕਰਦਾ ਹੈ, ਜੇ ਪੇਸ਼ੈਂਟ ਸਾਡਾ ਬਜ਼ੁਰਗ ਹੈਗਾ ਜਾਂ ਆਲਰੇਡੀ ਮੈਡੀਕੇਸ਼ਨਸ 'ਤੇ ਹੈਗਾ ਤੇ ਉਹਨੂੰ ਬਿਨਾਂ ਬੁਖਾਰ ਹੋਏ ਵੀ ਸਾਹ ਦਾ ਰੋਗ ਜਿਹੜਾ ਵੱਧ ਸਕਦਾ ਹੈ, ਤਾਂ ਨੈਚੁਰਲੀ ਉਹਨਾਂ ਦਾ ਤਾਂ ਫਿਰ ਆਪਾਂ ਆਉਂਦੇ ਹੀ ਟੈਸਟ ਕਰਾਂਗੇ। ਰੈਟ ਐਂਟੀਜਨ ਜਿਹੜਾ ਇਸ ਲਈ ਹੁੰਦਾ, ਉਹ ਰੈਪਿਡ ਐਂਟੀਜਨ ਡਾਇਗਨੋਸਟਿਕ ਟੈਸਟ ਹੈ। ਜੇ ਐਮਰਜੈਂਸੀ 'ਚ ਪੇਸ਼ੈਂਟ ਆਇਆ ਹੈਗਾ ਤਾਂ ਸਾਨੂੰ ਸ਼ੱਕ ਹੈਗਾ, ਠੀਕ ਹੈ, ਆਪਾਂ ਨਾਲ ਦੇ ਨਾਲ ਗਲੇ ਦਾ ਸੈਂਪਲ ਲੈ ਕੇ ਉਹਨਾਂ ਦਾ ਉੱਥੇ ਹੀ ਕਿੱਟ ਹੁੰਦੀ ਹੈ ਛੋਟੀ, ਔਰ 2 ਮਿੰਟ 'ਚ ਸਾਨੂੰ ਰਿਜ਼ਲਟ ਮਿਲ ਜਾਂਦਾ ਹੈ ਸਸਪੈਕਟਡ ਪੇਸ਼ੈਂਟ ਦਾ, ਠੀਕ ਹੈ। ਜੇ ਸਾਨੂੰ ਉਸ ਤੋਂ ਬਾਅਦ ਕਨਫਰਮ ਕਰਨ ਲਈ ਵੀ ਸੈਂਡ ਦ RT-PCR, ਜਿਹਨੂੰ ਕਿ ਕੁਝ ਘੰਟੇ ਲੱਗਦੇ ਹੈਗੇ ਨੇ ਪ੍ਰੋਸੈਸ ਹੋਣ 'ਚ ਤੇ ਰਿਜ਼ਲਟ ਆਉਣ 'ਚ। ਤੇ ਮੈਂ ਇਹ ਜ਼ਰੂਰ ਚਾਹੂੰਗੀ ਕਿ ਤੁਸੀਂ ਆਡੀਅנס ਨੂੰ ਇੱਕ ਵਾਰੀ ਐਜ਼ ਅ ਡਾਕਟਰ ਸੁਜੈਸਟ ਜ਼ਰੂਰ ਕਰੋ ਕੀ ਕਰਨਾ ਹੈ ਕੀ ਨਹੀਂ ਕਰਨਾ। ਹਾਂ ਹਾਂ, ਜ਼ਰੂਰ ਸਰ ਮੈਮ। ਇਹਦੇ 'ਚ ਤਾਂ ਮੈਮ ਦੇਖੋ, ਸਭ ਤੋਂ ਪਹਿਲਾਂ ਤਾਂ ਓਵਰ ਕਰਾਊਡਿੰਗ ਵਾਲੀ ਜਗ੍ਹਾ 'ਤੇ, ਠੀਕ ਹੈ, ਜਿੱਥੇ ਭੀੜ ਭੜੱਕੇ ਵਾਲੀ ਜਗ੍ਹਾ ਹੈਗੀ ਹੈ, ਠੀਕ ਹੈ, ਬਹੁਤ ਜ਼ਿਆਦਾ ਗੈਦਰਿੰਗ ਹੈ, ਉੱਥੇ ਨਹੀਂ ਜਾਣਾ ਹੈ, ਠੀਕ ਹੈ। ਸੋਸ਼ਲ ਡਿਸਟੈਂਸਿੰਗ ਆਪਣੇ ਤੇ ਆਪਣੇ ਨਾਲ ਦੇ ਨੂੰ ਐਟਲੀਸਟ 1 ਮੀਟਰ ਦਾ ਡਿਸਟੈਂਸ ਜਿਹੜਾ ਹੈਗਾ, 2 ਫੁੱਟ ਦੀ ਦੂਰੀ ਜਿਹੜੀ ਸਾਨੂੰ ਸਿਖਾਈ ਸੀ ਉਹ ਮੇਨਟੇਨ ਕਰਕੇ ਰੱਖਣੀ ਹੈਗੀ ਹੈ। ਜਦੋਂ ਵੀ ਬਾਹਰ ਜਾਣਾ ਹੈ ਜਾਂ ਕਿਸੇ ਜਗ੍ਹਾ ਨਾਲ ਕਿਸੇ ਨੂੰ ਮਿਲਣਾ ਹੈ, ਨਵੀਂ ਥਾਂ 'ਤੇ ਜਾਣਾ ਹੈ ਜਾਂ ਆਪਣੇ ਆਫਿਸ 'ਚ, ਹਮੇਸ਼ਾ ਮਾਸਕ ਪਾ ਕੇ ਰੱਖੋ, ਠੀਕ ਹੈ। N95 ਮਾਸਕ ਆਪਾਂ ਕਹਿੰਦੇ ਹਾਂ, ਲੇਕਿਨ ਉਹ ਹਾਈ ਰਿਸਕ ਵਾਸਤੇ ਦਾ ਸਾਡੇ ਹਸਪੀਟਲ ਯੂਜ਼ ਵਾਸਤੇ ਹੈ। ਨਾਰਮਲ ਟ੍ਰਿਪਲ ਲੇਅਰ ਮਾਸਕ ਜਿਹੜੇ ਹੈਗੇ ਉਹ ਵੀ ਇਕੁਅਲੀ ਬੈਨੀਫੀਸ਼ੀਅਲ ਹੈਗੇ ਵੈਨ ਯੂ ਆਰ, ਜਦੋਂ ਤੁਸੀਂ ਆਪਣੀ ਕਮਿਊਨਿਟੀ 'ਚ ਜਾ ਰਹੇ ਹੋ, ਆਪਣੇ ਨਾਰਮਲ ਕੰਮਕਾਜ ਵਾਸਤੇ ਜਾ ਰਹੇ ਹੋ, ਤਾਂ ਮਾਸਕ ਜਿਹੜੇ ਹੈਗੇ ਹੈ ਟ੍ਰਿਪਲ ਲੇਅਰ ਵੀ ਉਹ ਵੀ ਪਾ ਕੇ ਰੱਖ ਸਕਦੇ ਹੋ। ਔਰ ਹੈਂਡ ਹਾਈਜੀਨ ਸਭ ਤੋਂ ਇੰਪੋਰਟੈਂਟ ਹੈ। ਹੈਂਡ ਹਾਈਜੀਨ ਜਦੋਂ ਵੀ ਜਾਣਾ ਹੈ, ਜਿਹੜੇ ਸਟੈਪਸ ਹੈਗੇ ਤੁਹਾਨੂੰ ਸਭ ਨੂੰ ਸਿਖਾਏ ਗਏ ਸੀ ਉਦੋਂ ਵੀ, ਕਿ ਆਪਣੇ ਹੈਂਡ ਜਿਹੜੇ ਪ੍ਰੋਪਰਲੀ ਸੈਨੀਟਾਈਜ਼ਰ ਯੂਜ਼ ਕਰੋ ਜਾਂ ਫਿਰ ਸੋਪ ਐਂਡ ਵਾਟਰ ਦੇ ਨਾਲ ਵਾਸ਼ ਕਰਨੇ ਹੈਗੇ ਹੈ। ਸੈਨੀਟਾਈਜ਼ਰ ਐਲਕੋਹਲ ਬੇਸਡ ਸੈਨੀਟਾਈਜ਼ਰ ਜਿਹੜੇ ਹੈਗੇ ਆਪਾਂ ਉਹ ਯੂਜ਼ ਕਰਨੇ ਹੈਗੇ ਇਹਦੇ 'ਚ, ਠੀਕ ਹੈ, ਨਾਟ ਦ ਕਾਸਮੈਟਿਕ ਵਨਸ। ਓਬਵੀਅਸਲੀ ਅਲਕੋਹਲ ਬੇਸਡ ਸੈਨੀਟਾਈਜ਼ਰ ਜਿਹੜੇ ਹੈਗੇ ਨਾ ਉਹ ਯੂਜ਼ ਕਰਨੇ ਚਾਹੀਦੇ ਆ ਸਾਨੂੰ। ਐਂਡ ਜੇ ਸਾਨੂੰ ਸਿੰਪਟਮਸ ਆਉਂਦੇ ਆ, ਬੁਖਾਰ ਹੁੰਦਾ, ਤੇਜ਼ ਨਜ਼ਲਾ ਜ਼ੁਕਾਮ, ਸਾਹ ਦੀ ਦਿੱਕਤ ਜੇ ਹੁੰਦੀ ਹੈ, ਤੇ ਜੇ ਸਾਹ ਦੀ ਦਿੱਕਤ ਹੈਗੀ ਤਾਂ ਇਮੀਡੀਏਟਲੀ ਆ ਕੇ ਆਪਣਾ ਕੋਵਿਡ ਦਾ ਟੈਸਟ ਕਰਵਾਉਣਾ ਹੈਗਾ ਐਮਰਜੈਂਸੀ 'ਚ ਜਾਂ ਫਿਰ OPD 'ਚ, ਲੈਬ 'ਚ। ਐਂਡ ਬਸ ਇਹੀ ਚੀਜ਼। ਥੈਂਕ ਯੂ ਸੋ ਮੱਚ ਗੱਲਬਾਤ ਕਰਨ ਲਈ। ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਲੋਕ ਵੀ, ਤੁਹਾਨੂੰ ਵੀ ਲੱਗਦਾ ਕਿ ਜਿਹੜੇ ਲੋਕ ਇਸ ਚੀਜ਼ ਨਾਲ ਅਫੈਕਟਡ ਹੈਗੇ ਨੇ, ਉਹ ਆਪਣਾ ਇਲਾਜ ਜ਼ਰੂਰ ਕਰਵਾਉਣ।